ਉਹਦਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਵੀ ਕੀਤੀ ਗਈ ਸੀ, ਉਹ ਵੀ ਉਸ ਬਲੈਰੋ ਦੇ ਨਾਲ ਜਿਸ ਨੂੰ ਹਮਲੇ ਦੇ ਵਿੱਚ ਦੇਖਿਆ ਗਿਆ, ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦੇਖਿਆ ਗਿਆ। ਹਮਲੇ ਤੋਂ ਬਾਅਦ ਪੁਲਿਸ ਨੇ ਬਲੈਰੋ ਨੂੰ ਕਬਜ਼ੇ ਦੇ ਵਿੱਚ ਲਿਆ। ਇਸ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਇਹ ਹੋਇਆ ਕਿ ਕੁਝ ਮਹੀਨੇ ਪਹਿਲਾਂ ਹੀ ਇਸ ਬਲੈਰੋ ਗੱਡੀ ਦੇ ਜ਼ਰੀਏ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਹਮਲਾਵਰ ਦੇ ਕੋਲ ਪੂਰੀ ਜਾਣਕਾਰੀ ਸੀ ਕਿ ਸਿੱਧੂ ਮੂਸੇਵਾਲਾ ਦੇ ਨਾਲ ਕਿੰਨੇ ਸੁਰੱਖਿਆ ਮੁਲਾਜ਼ਮ ਨੇ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਕੋਲ AK-47 ਸੀ। ਇਹ ਰੇਕੀ ਸ਼ਾਹਰੁਖ ਨਾਮ ਦੇ ਇੱਕ ਗੈਂਗਸਟਰ ਨੇ ਕੀਤੀ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇਹ ਗੈਂਗਸਟਰ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਇੱਕ ਐਪ ਦੇ ਜ਼ਰੀਏ ਫੋਨ ਦੇ ਉੱਤੇ ਗੱਲਬਾਤ ਕਰਦਾ ਸੀ ਅਤੇ ਸ਼ਾਹਰੁਖ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ AK-47 ਦੀ ਮੰਗ ਵੀ ਕੀਤੀ ਸੀ। उधर सिद्धू मूसेवाला ਦੇ 7 ਸ਼ੱਕੀ ਹਮਲਾਵਰ ਵੀ ਸਾਹਮਣੇ ਆਏ ਹਨ। ਤਸਵੀਰਾਂ ਮਾਨਸਾ ਦੇ ਇੱਕ ਢਾਬੇ ਦੀਆਂ ਦੱਸੀਆਂ ਜਾ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ ਉੱਤੇ ਇਹਨਾਂ 7 ਸ਼ੱਕੀਆਂ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਇਹ 7 ਸ਼ੱਕੀ ਢਾਬੇ 'ਚ ਖਾਣਾ ਖਾਂਦੇ ਨਜ਼ਰ ਆਉਂਦੇ ਨੇ। ਤਸਵੀਰਾਂ ਢਾਬੇ ਦੇ ਵਿੱਚ ਲੱਗੇ CCTV ਦੀਆਂ ਨੇ, ਐਤਵਾਰ ਸਵੇਰੇ 10:21 ਦੀਆਂ। ਢਾਬੇ ਦੇ ਅੰਦਰ ਦੇ ਇਲਾਵਾ ਇਹ ਸ਼ੱਕੀ ਬਾਹਰ ਲੱਗੇ CCTV ਦੇ ਵਿੱਚ ਵੀ ਨਜ਼ਰ ਆਏ। ਸ਼ੱਕੀਆਂ ਦੀ CCTV ਫੁਟੇਜ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੀ ਢਾਬੇ ਤੇ ਪਹੁੰਚੀ ਤੇ CCTV ਫੁਟੇਜ ਯਾਨੀ ਕਿ DVR ਨੂੰ ਵੀ ਆਪਣੇ ਨਾਲ ਲੈ ਗਈ। ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਹਮਲਾ ਮਾਨਸਾ ਦੇ ਜਵਾਹਰ ਕੇ ਪਿੰਡ ਦੇ ਕੋਲ ਹੋਇਆ ਅਤੇ ਢਾਬਾ ਵਾਰਦਾਤ ਵਾਲੀ ਥਾਂ ਤੋਂ ਕਰੀਬ 10 ਕਿਲੋਮੀਟਰ ਹੀ ਦੂਰ ਹੈ। ਤਾਂ ਸ਼ੱਕੀਆਂ ਨੂੰ ਜ਼ਰੂਰ ਦੇਖਿਆ ਗਿਆ, ਹਾਲਾਂਕਿ ਪੁਲਿਸ ਦੇ ਹੱਥ ਖਾਲੀ ਨੇ। ਤੇ ਇਸ ਸਭ ਦੇ ਵਿਚਾਲੇ ਜਦੋਂ ਲਗਾਤਾਰ ਮੰਗ ਹੋਵੇ ਕਿ ਐਕਸ਼ਨ ਕੀ ਹੋਇਆ ਤੇ ਦੂਜੇ ਪਾਸੇ ਪੁਲਿਸ ਦੇ ਹੱਥ ਕੁਝ ਨਾ ਲੱਗੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਸਿੱਧੂ ਮੂਸੇਵਾਲਾ ਬੁਲੇਟ ਪ੍ਰੂਫ ਫੋਰਚੂਨਰ ਘਰ ਛੱਡ ਕੇ ਆਪਣੀ ਥਾਰ ਦੇ ਉੱਤੇ ਰਿਸ਼ਤੇਦਾਰ ਦੇ ਘਰ ਨਿਕਲੇ ਸਨ ਜਦੋਂ ਉਹਨਾਂ ਦਾ ਕਤਲ ਕੀਤਾ। ਵਕਤ ਕਰੀਬ ਦੁਪਹਿਰ 4:30 ਵਜੇ ਦਾ ਸਿੱਧੂ ਆਪਣੇ ਦੋ ਦੋਸਤਾਂ ਦੇ ਨਾਲ ਆਪਣੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਤੋਂ ਨਿਕਲੇ ਸਨ। ਸਿੱਧੂ ਮੂਸੇਵਾਲਾ ਆਪਣੀ ਥਾਰ ਖੁਦ ਚਲਾਉਂਦੇ ਹੋਏ ਜਾ ਰਹੇ ਸੀ। ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਜਾਣ ਤੋਂ ਬਾਅਦ ਦੋ ਗੱਡੀਆਂ ਅਚਾਨਕ ਉਹਨਾਂ ਦਾ ਪਿੱਛਾ ਕਰਦੇ ਹੋਏ ਸਿੱਧੂ ਨੂੰ ਰੋਕਦੀਆਂ ਨੇ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਗੰਭੀਰ ਹਾਲਤ 'ਚ ਸਿੱਧੂ ਨੂੰ ਹਸਪਤਾਲ ਦੇ ਵੱਲ ਲਿਜਾਇਆ ਗਿਆ, ਪਰ ਉਸ ਵੇਲੇ ਤੱਕ ਸਿੱਧੂ ਦੀ ਮੌਤ ਹੋ ਚੁੱਕੀ ਸੀ। ਇਸ ਵਾਰਦਾਤ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਇਹਨਾਂ ਤਸਵੀਰਾਂ 'ਚ ਸਿੱਧੂ ਦੀ ਗੱਡੀ ਦੇ ਪਿੱਛੇ ਇੱਕ ਕਰੋਲਾ ਕਾਰ ਅਤੇ ਉਸ ਦੇ ਪਿੱਛੇ ਇੱਕ ਬਲੈਰੋ ਗੱਡੀ ਨਜ਼ਰ ਆਉਂਦੀ ਹੈ। ਇਹਨਾਂ ਦੋਨਾਂ ਹੀ ਗੱਡੀਆਂ ਦੇ ਵਿੱਚ ਹਮਲਾਵਰ ਸਵਾਰ ਸਨ। ਇਹਨਾਂ ਤਸਵੀਰਾਂ ਦੇ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਤੱਕ ਸੁਣਾਈ ਦੇ ਰਹੀਆਂ ਨੇ। ਇਹਨਾਂ ਦੋਵੇਂ ਗੱਡੀਆਂ ਦੇ ਵਿੱਚ ਸਵਾਰ ਬਦਮਾਸ਼ਾਂ ਨੇ ਕਰੀਬ 37 ਰਾਉਂਡ ਫਾਇਰ ਕੀਤੇ ਅਤੇ ਫਰਾਰ ਹੋ ਗਏ। ਜਦੋਂ ਕਿਸੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ, ਫਿਰ ਕਾਨੂੰਨ ਵਿਵਸਥਾ ਤੇ ਸਵਾਲ ਵੀ ਉੱਠਦੇ ਨੇ ਤੇ ਲੋਕਾਂ ਦੇ ਅੰਦਰ ਜੋ ਡਰ ਦਾ ਮਾਹੌਲ ਪੈਦਾ ਹੁੰਦਾ ਹੈ, ਉਸ ਨਾਲ ਫਰਕ ਤਾਂ ਪੈਂਦਾ ਹੈ। ਉਹਦਾ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਤਾਂ ਉਸ ਸਮੇਂ ਸਿੱਧੂ ਦੇ ਨਾਲ ਉਸਦੇ ਦੋ ਦੋਸਤ ਵੀ ਉਸ ਦੀ ਥਾਰ ਦੇ ਵਿੱਚ ਸਵਾਰ ਸਨ, ਜਿਨ੍ਹਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਗੁਰਵਿੰਦਰ ਤੇ ਗੁਰਪ੍ਰੀਤ ਸਿੰਘ ਨੂੰ ਲੁਧਿਆਣਾ ਦੇ DMC ਦੇ ਵਿੱਚ ਰੈਫਰ ਕਰਨਾ ਪਿਆ ਸੀ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। DMC ਦੇ ਡਾਕਟਰਾਂ ਦਾ ਕਹਿਣਾ ਕਿ ਗੋਲੀਆਂ ਲੱਗਣ ਨਾਲ ਇਹਨਾਂ ਦੀਆਂ ਕਈ ਹੱਡੀਆਂ ਚੂਰ-ਚੂਰ ਹੋ ਗਈਆਂ ਨੇ ਤੇ ਇਹਨਾਂ ਦਾ ਖੂਨ ਵੀ ਕਾਫੀ ਡੁੱਲਿਆ ਹੈ। ਰਾਤੀ ਸਾਡੇ ਕੋਲ ਦੋ ਪੇਸ਼ੈਂਟ ਅਸੀਂ ਰਿਸੀਵ ਕੀਤੇ ਸੀ, ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ। ਦੋ ਪੇਸ਼ੈਂਟਸ ਹੈ ਜਿਹੜੇ ਕਿ ਮਲਟੀਪਲ ਬੁਲੇਟ ਇੰਜਰੀਜ਼ ਦੇ ਨਾਲ ਅਸੀਂ ਕੱਲ ਇਵਨਿੰਗ 'ਚ ਰਿਸੀਵ ਕੀਤੇ ਸੀਗੇ। ਜਦੋਂ ਪੇਸ਼ੈਂਟ ਆਏ ਸੀਗੇ ਤਾਂ ਕਾਫੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀਗੇ। ਡਾਕਟਰਾਂ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਦੀ ਬਾਂਹ ਗੋਲੀ ਲੱਗਣ ਦੀ ਵਜ੍ਹਾ ਦੇ ਨਾਲ ਪੂਰੀ ਖੁੱਲ ਚੁੱਕੀ ਹੈ ਤੇ ਇੱਕ ਦੇ ਪੱਟ ਦੇ ਉੱਤੇ ਅਤੇ ਕੂਹਣੀ ਦੇ ਉੱਤੇ ਗੋਲੀ ਲੱਗੀ ਹੈ। ਜਿਹੜੇ ਗੁਰਪ੍ਰੀਤ ਹੈਗੇ ਆ, ਜਿਹੜੇ ਉਹਨਾਂ ਦੇ ਜਿਹੜੀ ਇੱਕ ਬੁਲੇਟ ਹੈ ਉਹ ਐਲਬੋ ਤੇ ਲੱਗੀ ਹੈ ਤੇ ਉਹਦੇ ਐਲਬੋ ਉਹਨਾਂ ਨੇ ਕਾਫੀ ਜ਼ਿਆਦਾ ਡੈਮੇਜ ਕੀਤੀ ਹੈ। ਪਲੱਸ ਇੱਕ ਜਿਹੜੀ ਬੁਲੇਟ ਆ ਉਹਨਾਂ ਦੀ ਥਾਈ ਦੇ ਵਿੱਚ ਲੱਗੀ, ਪੱਟ ਦੇ ਵਿੱਚ, ਥਾਈ ਦੇ ਵਿੱਚ। ਠੀਕ ਹੈ। ਜਿਹੜੇ ਦੂਸਰੇ ਪੇਸ਼ੈਂਟ ਹੈਗੇ ਆ ਉਹਨਾਂ ਦੀ ਜਿਹੜੀ ਇੱਕ ਬੁਲੇਟ ਹੈਗੀ ਹੈ ਜਿਹੜੀ ਵੀ ਹੈ ਉਹ ਇੱਥੇ ਬਾਜੂ ਦੇ ਵਿੱਚ ਲੱਗੀ ਹੈ। ਉਹਦੇ ਤਾਂ ਲੁਧਿਆਣਾ ਰੈਫਰ ਕਰਨਾ ਪਿਆ ਸੀ, ਪਰ ਟਾਰਗੇਟ ਸਿੱਧਾ ਸਿੱਧੂ ਮੂਸੇਵਾਲਾ ਹੀ ਸੀ। ਔਰ ਜਿਸ ਤਰੀਕੇ ਨਾਲ ਸਿੱਧੂ ਵਾਲੇ ਪਾਸੇ ਗੋਲੀਆਂ ਚਲਾਈਆਂ ਗਈਆਂ ਔਰ ਥਾਰ ਦੀ ਕੰਡੀਸ਼ਨ ਵੀ ਦੱਸਦੀ ਹੈ ਕਿ ਬਚਣ ਦਾ ਕੋਈ ਚਾਂਸ ਹੀ ਨਹੀਂ ਸੀ। ਤਾਂ ਜਿਸ ਥਾਰ ਦੇ ਵਿੱਚ ਮੂਸੇਵਾਲਾ ਸਵਾਰ ਸੀ, ਜਿਸ ਨੂੰ ਡਰਾਈਵ ਕਰ ਰਿਹਾ ਸੀ, ਉਸ ਥਾਰ ਦੀ ਫੋਰੈਂਸਿਕ ਟੀਮ ਦੇ ਵੱਲੋਂ ਵੀ ਜਾਂਚ ਕੀਤੀ ਗਈ। ਸਿਟੀ ਥਾਣੇ ਦੇ ਵਿੱਚ ਖੜੀ ਥਾਰ ਉਹੀ ਥਾਰ ਹੈ ਜਿਸ ਦੇ ਵਿੱਚ ਮੂਸੇਵਾਲਾ ਸਵਾਰ ਹੋ ਕੇ ਜਾ ਰਹੇ ਸਨ ਤੇ ਐਤਵਾਰ ਸ਼ਾਮ ਇਸੇ ਦੇ ਉੱਤੇ ਕਰੀਬ 40 ਦੇ ਰਾਉਂਡ ਫਾਇਰ ਹੋਏ ਤੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
ਜਿਨ੍ਹਾਂ ਦੇ ਨਿਸ਼ਾਨ ਤੁਸੀਂ ਇਸ ਗੱਡੀ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥਾਰ ਨੂੰ ਛੰਨੀ ਕੀਤਾ ਹੋਇਆ ਹੈ। ਕਾਰ ਦਾ ਫਰੰਟ ਸ਼ੀਸ਼ਾ, ਸਾਈਡ ਸ਼ੀਸ਼ੇ ਤੇ ਬੋਨਟ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਨੇ। ਫੋਰੈਂਸਿਕ ਟੀਮ ਗੱਡੀ ਦੇ ਚੱਪੇ ਦੀ ਜਾਂਚ ਕਰ ਰਹੀ ਹੈ, ਸਬੂਤ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੋਂ ਇਸ ਜੋ ਹਮਲਾ ਹੋਇਆ ਇਹਦੇ ਬਾਰੇ ਹੋਰ ਜਿਹੜੀ ਜਾਣਕਾਰੀ ਹੈ ਇਕੱਠੀ ਹੋ ਸਕੇ। ਉਧਰ ਫੋਰੈਂਸਿਕ ਟੀਮ ਦੇ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਥਾਰ ਦੇ ਵਿੱਚ ਲੱਗੇ ਰੌਂਦ ਵੀ ਬਰਾਮਦ ਹੋਏ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਫੋਰੈਂਸਿਕ ਡਿਪਾਰਟਮੈਂਟ ਦੇ ਵੱਲੋਂ ਸਿੱਧੂ ਮੂਸੇਵਾਲੇ ਗੱਡੀ ਦੀ ਹਰ ਇੱਕ ਚੀਜ਼ ਦੀ ਜਿਹੜੀ ਜਾਂਚ ਆ ਕੀਤੀ ਜਾ ਰਹੀ ਹੈ। ਇਸ ਵਕਤ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਜਿਹੜੀ ਗੋਲੀ ਆ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਵਿੱਚੋਂ ਕੱਢੀ ਗਈ ਹੈ ਤੇ ਉਹ ਗੋਲੀ ਦੀ ਜਾਂਚ ਫੋਰੈਂਸਿਕ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਜਾਂਚ ਹੋ ਰਹੀ ਹੈ ਤੇ ਜਾਂਚ ਤੋਂ ਬਾਅਦ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਹੋਏਗੀ। ਛਾਪੇਮਾਰੀ ਹੋ ਰਹੀ ਹੈ, ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਸਿੱਧੂ ਮੁੜੇਗਾ ਨਹੀਂ। ਉਧਰ ਸਿੱਧੂ ਮੂਸੇਵਾਲਾ ਦੀ ਥਾਰ ਦੇ ਵਿੱਚੋਂ ਪੁਲਿਸ ਨੂੰ ਇੱਕ ਪਿਸਤੌਲ ਵੀ ਮਿਲੀ ਹੈ, ਪਿਸਤੌਲ ਵੀ ਬਰਾਮਦ ਕੀਤੀ ਗਈ। ਮੂਸੇਵਾਲਾ ਦੀ ਥਾਰ ਜਿਸ ਦੇ ਵਿੱਚ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਥਾਰ ਦੇ ਵਿੱਚੋਂ ਪੁਲਿਸ ਨੂੰ ਮੂਸੇਵਾਲਾ ਦਾ ਪਿਸਤੌਲ ਵੀ ਮਿਲਿਆ ਹੈ ਜੋ ਖਾਲੀ ਸੀ। ਜਿਸ ਤੋਂ ਬਾਅਦ ਮੂਸੇਵਾਲਾ ਦੇ ਦੋਸਤ ਗੁਰਵਿੰਦਰ ਜੋ ਉਸ ਸਮੇਂ ਉਸ ਦੇ ਨਾਲ ਸੀ, ਉਹਨਾਂ ਦਾ ਦਾਅਵਾ ਹੈ ਕਿ ਮੂਸੇਵਾਲਾ ਦੇ ਵੱਲੋਂ ਵੀ 2 ਫਾਇਰ ਕੀਤੇ ਗਏ ਸਨ, ਯਾਨੀ ਜਵਾਬੀ ਫਾਇਰਿੰਗ ਮੂਸੇਵਾਲਾ ਨੇ ਵੀ ਕੀਤੀ ਸੀ। ਇੱਕ ਪਾਸੇ ਤਾਂ ਇਸ ਹਾਈ ਪ੍ਰੋਫਾਈਲ ਕੇਸ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਿਸ ਦੀ ਲਾਪਰਵਾਹੀ ਵੀ ਸਾਹਮਣੇ ਆਈ। ਪੁਲਿਸ ਨੇ ਬਿਨਾਂ ਦਸਤਾਨਿਆਂ ਤੋਂ ਹੀ ਪਿਸਤੌਲ ਨੂੰ ਗੱਡੀ ਦੇ ਵਿੱਚੋਂ ਚੁੱਕਿਆ। ਇੱਕ ਪਾਸੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਹੋ ਰਹੇ ਨੇ ਕਿ ਇਸ ਵਿਚਾਲੇ ਪੁਲਿਸ ਦੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ। ਕਿਉਂਕਿ ਜਦੋਂ ਮੌਕੇ ਵਾਰਦਾਤ ਤੋਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਂਦੀਆਂ ਨੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ, ਤਾਂ ਜੇਕਰ ਇਸ ਤਰੀਕੇ ਨਾਲ ਪਿਸਟਲ ਨੂੰ ਹੱਥ ਦੇ ਨਾਲ ਚੁੱਕਿਆ ਗਿਆ ਤਾਂ ਪਿਸਟਲ ਦੇ ਉੱਤੇ ਕਿਸ ਦੇ ਜਾਂ ਜਿਹੜੀ ਪਿਸਤੌਲ ਸੀ ਉਸ ਦੇ ਉੱਤੇ ਕਿਸ ਦੇ ਫਿੰਗਰਪ੍ਰਿੰਟ ਸੀ, ਉਹ ਵੀ ਹੁਣ ਜਾਂਚਣਾ ਫੋਰੈਂਸਿਕ ਟੀਮ ਦੇ ਲਈ ਇੱਕ ਵੱਡਾ ਚੈਲੰਜ ਜ਼ਰੂਰ ਹੋਏਗਾ। ਤੇ ਜਦੋਂ ਲਾਪਰਵਾਹੀ ਹੋਵੇ ਔਰ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਦੋਸ਼ੀ ਕਿਤੇ ਨਾ ਕਿਤੇ ਦੂਰ ਹੁੰਦੇ ਜਾਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੂਸੇਵਾਲਾ ਦਾ ਬਲੈਰੋ ਕਾਰ ਵਾਲਿਆਂ ਨੇ ਕਤਲ ਕੀਤਾ, ਜੋ ਬਲੈਰੋ ਕਾਰ ਦੇ ਵਿੱਚ ਸਵਾਰ ਹੋਏ ਸੀ, ਜਿਸ ਤੋਂ ਬਾਅਦ ਇਹਨਾਂ ਕਾਤਲਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਆਲਟੋ ਕਾਰ ਨੂੰ ਉਹ ਖੋਹ ਕੇ ਫਰਾਰ ਹੋਏ ਸਨ, ਉਹ ਵੀ ਬਰਾਮਦ ਹੋ ਗਈ। ਤੇ ਖੇਤਾਂ ਦੇ ਵਿੱਚ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਜਿਸ ਦੀਆਂ ਦੋਵੇਂ ਨੰਬਰ ਪਲੇਟਾਂ ਪੱਟੀਆਂ ਹੋਈਆਂ ਨੇ ਤੇ ਲਵਾਰਿਸ ਹਾਲਤ ਦੇ ਵਿੱਚ ਮੋਗਾ ਜਲੰਧਰ ਹਾਈਵੇ ਦੇ ਉੱਤੇ ਖੜੀ ਮਿਲੀ। ਇਹ ਉਹੀ ਆਲਟੋ ਕਾਰ ਹੈ ਜੋ ਬੀਤੇ ਦਿਨ ਮੂਸੇਵਾਲਾ ਦੇ ਕਾਤਲਾਂ ਨੇ ਮਾਨਸਾ ਤੋਂ ਖੋਈ ਸੀ ਤੇ ਇਹ ਕਾਰ ਖੋਹ ਕੇ ਹੀ ਮੁਲਜ਼ਮ ਫਰਾਰ ਹੋਏ ਸਨ। ਉਹਦੇ 'ਚ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਗੱਡੀ ਖੋਹ ਕੀਤੀ ਸੀਗੀ ਆਲਟੋ ਸਦਰ ਥਾਣੇ ਦੇ ਏਰੀਆ ਵਿੱਚ। ਉਹ ਗੱਡੀ ਅੱਜ ਦੁਪਹਿਰੇ 2:30 ਵਜੇ ਦੇ ਕਰੀਬ ਸਾਨੂੰ ਇੱਥੇ ਰਿਕਵਰ ਹੋਈ ਹੈਗੀ ਹੈ ਅਬੈਂਡਨਡ ਕੰਡੀਸ਼ਨ ਵਿੱਚ। ਜਿਹੜੇ ਲੋਕਲਾਈਜ਼ ਸੀਗੇ ਉਹ ਕਹਿੰਦੇ ਹੈ ਕਿ ਗੱਡੀ ਸਵੇਰ ਦੀ ਇੱਥੇ ਖੜੀ ਸੀਗੀ। ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਇਹ ਕਾਰ ਰੋਂਗ ਸਾਈਡ ਤੋਂ ਖੇਤਾਂ ਦੇ ਵਿੱਚ ਸੁੱਟੀ ਗਈ। ਪੁਲਿਸ ਮੁਤਾਬਕ ਪੈਰਾਂ ਦੀਆਂ ਪੈੜਾਂ ਤੋਂ ਇਹ ਲੱਗ ਰਿਹਾ ਹੈ ਕਿ ਕਾਰ ਧੱਕਾ ਲਗਾ ਕੇ ਖੇਤਾਂ ਦੇ ਵੱਲ ਧੱਕੀ ਗਈ है। इसी गाड़ी की नंबर प्लेट है, 2 रखी हुई है अंदर, जो प्लेट्स रखी हुई है, एक आगे की है एक पीछे की है और वो मैच कर रही हैं एज पर दी वेरिफिकेशन, इनिशियल वेरिफिकेशन। उन्हें इन्वेस्टिगेशन का विषय हैगा, उससे उत्ते पर काम कर रहे हैं कि ये आप डिगी है या किसी ने डिगाई है। ਬਲੈਰੋ ਗੱਡੀ ਵੀ ਮਿਲ ਚੁੱਕੀ ਹੈ ਤੇ ਆਲਟੋ ਕਾਰ ਵੀ। ਹੁਣ ਇੰਤਜ਼ਾਰ ਹੈ ਕਿ ਕਾਤਲ ਕਦੋਂ ਫੜੇ ਜਾਣਗੇ। जी हाँ, बलैरो कार बरामद हो गई है, करोला कार बरामद हो गई है जो वारदात के समय इस्तेमाल की गई। उस तो बाद जिस गड्डी दे विच भज्जे ਉਹ ਆਲਟੋ ਕਾਰ ਵੀ ਬਰਾਮਦ ਕਰ ਲਈ ਗਈ ਹੈ, ਪਰ ਜਿਹੜੇ ਮੁਲਜ਼ਮ ਸੀ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਅਜੇ ਤੱਕ ਪੁਲਿਸ ਕਾਬੂ ਨਹੀਂ ਕਰ ਸਕੀ ਹੈ। ਉਧਰ ਮੂਸੇਵਾਲਾ ਦੇ ਪਿਤਾ ਨੇ ਜੋ FIR ਦੇ ਸਮੇਂ ਬਿਆਨ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਬੇਟੇ ਨੂੰ ਧਮਕੀਆਂ ਮਿਲਣ ਦਾ ਜ਼ਿਕਰ ਵੀ ਕੀਤਾ। ਮੇਰੇ ਬੇਟੇ ਨੂੰ ਕਈ ਗੈਂਗਸਟਰ ਫਿਰੌਤੀ ਦੇ ਲਈ ਫੋਨ ਕਰਕੇ ਧਮਕੀਆਂ ਦਿੰਦੇ ਸਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਧਮਕੀਆਂ ਭੇਜੀਆਂ, ਇਸ ਲਈ ਉਸਨੇ ਬੁਲੇਟ ਪ੍ਰੂਫ ਫੋਰਚੂਨਰ ਗੱਡੀ ਵੀ ਰੱਖੀ ਹੋਈ ਸੀ। ਐਤਵਾਰ ਨੂੰ ਮੇਰਾ ਬੇਟਾ ਆਪਣੇ 2 ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਕਾਰ ਦੇ ਵਿੱਚ ਘਰ ਤੋਂ ਨਿਕਲਿਆ ਸੀ। ਬੁਲੇਟ ਪ੍ਰੂਫ ਫੋਰਚੂਨਰ ਕਾਰ ਅਤੇ ਗਨਮੈਨ ਆਪਣੇ ਨਾਲ ਨਹੀਂ ਲੈ ਕੇ ਗਿਆ। ਮੈਂ ਉਸ ਦੇ ਪਿੱਛੇ ਉਸ ਦੇ ਸਰਕਾਰੀ ਗਨਮੈਨ ਲੈ ਕੇ ਦੂਜੀ ਕਾਰ ਦੇ ਵਿੱਚ ਗਿਆ ਸੀ। ਰਸਤੇ ਦੇ ਵਿੱਚ ਮੈਂ ਇੱਕ ਕਰੋਲਾ ਕਾਰ ਨੂੰ ਮੇਰੇ ਬੇਟੇ ਦੀ ਥਾਰ ਕਾਰ ਦਾ ਪਿੱਛਾ ਕਰਦੇ ਦੇਖਿਆ, ਜਿਸ ਦੇ ਵਿੱਚ 4 ਨੌਜਵਾਨ ਸਵਾਰ ਸਨ। ਮੇਰੇ ਲੜਕੇ ਦੀ ਥਾਰ ਕਾਰ ਜਦੋਂ ਜਵਾਹਰ ਕੇ ਪਿੰਡ ਦੀ ਫਿਰਨੀ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਚਿੱਟੇ ਰੰਗ ਦੀ ਬਲੈਰੋ ਕਾਰ ਪਹਿਲਾਂ ਤੋਂ ਖੜੀ ਇੰਤਜ਼ਾਰ ਕਰ ਰਹੀ ਸੀ। ਉਸ ਦੇ ਵਿੱਚ 4 ਨੌਜਵਾਨ ਬੈਠੇ ਹੋਏ ਸਨ। ਜਿਵੇਂ ਹੀ ਮੇਰੇ ਲੜਕੇ ਦੀ ਥਾਰ ਕਾਰ ਬਲੈਰੋ ਕਾਰ ਦੇ ਸਾਹਮਣੇ ਪਹੁੰਚੀ ਤਾਂ ਚਾਰੇ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
ਕੁਝ ਹੀ ਮਿੰਟਾਂ 'ਚ ਗੋਲੀ ਚਲਾਉਣ ਤੋਂ ਬਾਅਦ ਉਹ ਬੁਲੈਰੋ ਕਾਰ ਅਤੇ ਕਰੋਲਾ ਕਾਰ ਨੂੰ ਲੈ ਕੇ ਉੱਥੋਂ ਫਰਾਰ ਹੋ ਗਏ। ਜਦੋਂ ਮੈਂ ਮੌਕੇ ਤੇ ਪਹੁੰਚ ਕੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਮੈਂ ਆਪਣੇ ਬੇਟੇ ਅਤੇ ਉਸ ਦੇ ਦੋਸਤਾਂ ਨੂੰ ਕਾਰ ਦੇ ਵਿੱਚ ਬਿਠਾ ਕੇ ਮਾਨਸਾ ਦੇ ਸਰਕਾਰੀ ਹਸਪਤਾਲ ਲੈ ਕੇ ਗਿਆ, ਜਿੱਥੇ ਮੇਰੇ ਬੇਟੇ ਸ਼ੁਭਦੀਪ ਸਿੰਘ ਦੀ ਮੌਤ ਹੋ ਗਈ। ਤੇ ਪਿਤਾ ਨੂੰ ਇਹ ਸਭ ਕੁਝ ਬਿਆਨ ਕਰਨਾ ਪਿਆ ਕਿਉਂਕਿ ਇਨਵੈਸਟੀਗੇਸ਼ਨ ਤਾਂ ਅੱਗੇ ਵਧੇਗੀ। ਉਧਰ ਮੂਸੇਵਾਲਾ ਦਾ ਮਾਨਸਾ ਦੇ ਜਵਾਹਰਕੇ ਦੇ ਵਿੱਚ ਕਤਲ ਹੋਇਆ ਤਾਂ ਇਸ ਤੋਂ ਬਾਅਦ ਦੇਸ਼ ਦੇ ਵਿੱਚ ਥਾਂ-ਥਾਂ ਤੇ ਪ੍ਰਦਰਸ਼ਨ ਵੀ ਹੋਏ। ਯੂਥ ਕਾਂਗਰਸ ਦੇ ਵੱਲੋਂ ਪੰਜਾਬ, ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਦਿੱਲੀ 'ਚ ਕੇਜਰੀਵਾਲ ਦੀ ਰਿਹਾਇਸ਼ ਦੇ ਅੱਗੇ ਯੂਥ ਕਾਂਗਰਸ ਦੇ ਵਰਕਰ ਪਹੁੰਚੇ ਤੇ ਪ੍ਰਦਰਸ਼ਨ ਹੋਇਆ, ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ। ਕੁਝ ਪ੍ਰਦਰਸ਼ਨਕਾਰੀ ਬੈਰੀਕੇਡ ਤੋੜਦੇ ਵੀ ਨਜ਼ਰ ਆਏ। आज यहाँ से दिल्ली में बैठी सत्ता जो रिमोट कंट्रोल बनकर पंजाब को चला रही है, आज हम उनसे पूछने आए हैं। आज आपने वीआईपी कल्चर की बात करते हो, वीआईपी कल्चर हटाने की बात करते हो। अगर आपने वीआईपी कल्चर हटवाना था तो पहले अपनी सिक्योरिटी हटाते और आम जनता के बीच में जाते। देश के अंदर एक युवा नेता गया, एक युवा सिंगर गया और उसकी सुरक्षा को हटाया गया। सुरक्षा को किन कारणों से हटाया गया, ये जवाब कांग्रेस आपसे पूछती है। सूबे की राजधानी चंडीगढ़ ਦੇ ਵਿੱਚ ਵੀ ਯੂਥ ਕਾਂਗਰਸ ਪ੍ਰਦਰਸ਼ਨ ਕਰਦੀ ਨਜ਼ਰ ਆਈ। ਸੈਕਟਰ 39 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਤੇ ਕਰੀਬ 15 ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਵਰਲਡ ਫੇਮਸ ਸਿੰਗਰ ਦੀ ਸਿਕਿਉਰਿਟੀ ਹਟਾਉਣ ਤੋਂ ਪਹਿਲਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਰਿਵਿਊ ਲਿਆ ਕਿ ਉਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਜਿਵੇਂ ਉਹਨਾਂ ਦੀ ਸਿਕਿਉਰਿਟੀ ਹਟਦੀ ਹੈ, ਨੈਕਸਟ ਡੇ ਉਹਨਾਂ ਦਾ ਮਰਡਰ ਹੋ ਜਾਂਦਾ। ਉਧਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਾਂ ਸਿੱਧੂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਕਤਲ ਦੇ ਪੂਰੇ ਮਾਮਲੇ ਦੇ ਵਿੱਚ ਇਹ ਜਿਹੜੇ ਪ੍ਰਦਰਸ਼ਨ ਨੇ ਵੱਖ-ਵੱਖ ਥਾਵਾਂ ਦੇ ਉੱਤੇ ਕੀਤੇ ਗਏ। ਉਧਰ ਸਿੱਧੂ ਦੀ ਮ੍ਰਿਤਕ ਦੇਹ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਰਖਾਇਆ ਗਿਆ ਤਾਂ ਸਿੱਧੂ ਦੇ ਫੈਨਸ ਹਸਪਤਾਲ ਦੇ ਬਾਹਰ ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਗਏ ਤੇ ਮੂਸੇਵਾਲਾ ਦੇ ਫੈਨਸ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੂਸੇਵਾਲਾ ਦੇ ਫੈਨਸ ਦਾ ਕਹਿਣਾ ਕਿ ਸੁਰੱਖਿਆ ਵਾਪਸ ਲੈਣ ਕਰਕੇ ਸਾਡਾ ਭਰਾ ਸਾਡੇ ਵਿਚਾਲੇ ਨਹੀਂ ਹੈ। ਜੇ ਸਰਕਾਰ ਚਾਹੁੰਦੀ ਤਾਂ ਹਾਦਸਾ ਰੋਕ ਵੀ ਸਕਦੀ ਸੀ। ਨਹੀਂ ਦੋ ਕਿਉਂ ਸੀ ਜੀ, ਦੋ ਹੁੰਦੇ ਦਾ ਭਰਾ ਮਰਦੇ ਹੀ ਨਹੀਂ ਸੀ। ਅੱਜ ਇਹ ਪਿਆ ਹੁੰਦੀਆਂ ਨੇ ਨਾਲ ਭਰਾ ਦੇ, ਅੱਜ ਸਿਕਿਉਰਿਟੀ ਹੈ ਨਹੀਂ ਸੀ ਮੇਰੇ ਭਰਾ ਦੇ ਨਾਲ, ਅੱਜ ਮਰਦਾ ਨਹੀਂ ਸੀ ਮੇਰਾ ਭਰਾ। ਠੀਕ ਹੈ, ਬਰਾਬਰ ਦੀ ਬਾਂਹ ਟੁੱਟੀ ਹੈ ਜੀ। ਉਧਰ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਈ ਤੇ ਵੱਡੀ ਗਿਣਤੀ 'ਚ ਪੁਲਿਸ ਬਲ ਮਾਨਸਾ 'ਚ ਤੈਨਾਤ ਕੀਤਾ ਗਿਆ ਹੈ। ਉਧਰ ਟਿੱਬਿਆਂ ਦੇ ਪੁੱਤ ਦੇ ਨਾਲ ਫੇਮਸ ਸਿੱਧੂ ਮੂਸੇਵਾਲਾ ਨੇ 2 ਦਿਨ ਪਹਿਲਾਂ ਹੀ ਟਰੈਕਟਰ ਵੀ ਲਿਆ ਤੇ ਇਸੇ ਟਰੈਕਟਰ ਦੇ ਉੱਤੇ ਬੈਠ ਕੇ ਆਪਣੇ ਖੇਤਾਂ ਨੂੰ ਵਾਹ ਰਿਹਾ ਸੀ। ਸਿੱਧੂ ਨੇ ਇਹ ਟਰੈਕਟਰ 2 ਦਿਨ ਪਹਿਲਾਂ ਹੀ ਖਰੀਦਿਆ ਸੀ। ਟਰੈਕਟਰਾਂ ਦਾ ਮੂਸੇਵਾਲਾ ਨੂੰ ਕਾਫੀ ਸ਼ੌਕ ਸੀ। ਸਿੱਧੂ ਮੂਸੇਵਾਲਾ ਦੇ ਕੋਲ 5911 ਟਰੈਕਟਰ ਵੀ ਸੀ, ਜਿਸ ਨੂੰ ਪੂਰਾ ਸ਼ਿੰਗਾਰ ਕੇ ਰੱਖਦੇ ਸਨ ਤੇ ਮੂਸੇਵਾਲਾ ਨੂੰ 뮤직 ਇੰਡਸਟਰੀ 5911 ਦੇ ਨਾਮ ਨਾਲ ਵੀ ਜਾਣਦੀ ਸੀ। ਮੂਸੇਵਾਲਾ ਨੇ ਆਪਣਾ YouTube ਚੈਨਲ ਵੀ 5911 ਰੈਕੋਰਡਸ ਦੇ ਨਾਮ ਨਾਲ ਹੀ ਬਣਾਇਆ ਹੋਇਆ ਸੀ। 2 ਦਿਨ ਪਹਿਲਾਂ ਲਏ ਟਰੈਕਟਰ ਨੂੰ ਵੀ ਸਿੱਧੂ ਨੇ ਪੂਰੀ ਤਰ੍ਹਾਂ ਜਚਾ ਕੇ ਰੱਖਿਆ ਤੇ ਮਿੱਟੀ ਨੂੰ ਵਾਉਂਦਾ 2 ਦਿਨ ਬਾਅਦ ਮੂਸੇਵਾਲਾ ਖੁਦ ਮਿੱਟੀ ਹੋ ਗਿਆ। ਤਾਂ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਜ਼ਰੀਏ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਨਾਂ ਤੱਕ ਵੀ ਪਹੁੰਚੇਗਾ, ਪਰ ਜਿਸ ਤਰੀਕੇ ਨਾਲ ਅੰਤ ਹੋਇਆ ਕਿਸੇ ਨੇ ਸ਼ਾਇਦ ਨਹੀਂ ਸੋਚਿਆ ਸੀ ਕਿ ਇੰਨਾ ਸ਼ਾਨਦਾਰ ਕਲਾਕਾਰ, ਇੰਨੀ ਮਕਬੂਲ ਆਵਾਜ਼ ਔਰ ਇੰਨਾ ਜ਼ਬਰਦਸਤ ਲਿਖਣ ਵਾਲਾ ਇਸ ਤਰੀਕੇ ਨਾਲ ਦੁਨੀਆ ਤੋਂ ਚਲਾ ਜਾਏਗਾ। ਤੇ ਜਦੋਂ ਗੈਂਗਵਾਰ ਦੀ ਕੋਈ ਭੇਂਟ ਚੜ ਜਾਵੇ, ਜਦੋਂ ਚੜੀ ਜਵਾਨੀ ਦੇ ਵਿੱਚ ਕੋਈ ਇਸ ਦੁਨੀਆ ਤੋਂ ਚਲਿਆ ਜਾਵੇ, ਜਦੋਂ ਮਾਪਿਆਂ ਦਾ ਇਕੱਲਾ ਪੁੱਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਰੁਕਦੇ ਹਾਂ ਛੋਟੇ ਜਿਹੇ ਬ੍ਰੇਕ।